ਸਵਾਗਤ ਹੈ ਨਿੱਕੀਆਂ ਕਰੂਮਲਾ ਚੈਨਲ ਦੇਖ ਰਹੇ ਦਰਸ਼ਕਾਂ ਦਾ। ਤੁਹਾਨੂੰ ਜਿਵੇਂ ਕਿ ਪਤਾ ਹੈ ਕਿ ਅਸੀਂ ਇੱਕ ਮੁਲਾਕਾਤ ਪ੍ਰੋਗਰਾਮ 'ਚ ਕਿਸੇ ਖਾਸ ਸ਼ਖਸੀਅਤ ਦੀ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਹਾਂ। ਇਹ ਸ਼ਖਸੀਅਤਾਂ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਪੈੜਾਂ ਪਾਉਣ ਵਾਲੀਆਂ ਹੁੰਦੀਆਂ ਨੇ। ਅੱਜ ਜਿਸ ਸ਼ਖਸੀਅਤ ਨਾਲ ਅਸੀਂ ਗੱਲ ਕਰਨੀ ਹੈ ਉਸ ਸ਼ਖਸੀਅਤ ਨੇ ਅਧਿਆਪਕ ਦੇ ਕਿੱਤੇ ਨੂੰ ਔਰ ਅਧਿਆਪਕਾਂ ਦੇ ਸੰਘਰਸ਼ ਨੂੰ ਔਰ ਲੋਕਾਂ ਦੇ ਸੰਘਰਸ਼ਾਂ ਨੂੰ ਆਪਣੇ ਤਨ ਮਨ ਤੇ ਹੰਢਾਇਆ ਹੈ ਔਰ ਸਿੱਖਿਆ ਜਗਤ ਦੇ ਵਿੱਚ ਸ਼ਾਨਦਾਰ ਪੈੜਾਂ ਪਾ ਕੇ ਸਟੇਟ ਅਵਾਰਡ ਪ੍ਰਾਪਤ ਕੀਤਾ ਹੋਇਆ ਹੈ ਔਰ ਜੀਵਨ ਦੇ ਵਿੱਚ ਬਹੁਤ ਸਾਰੇ ਕਲਾਕਾਰ ਬਾਲ ਕਲਾਕਾਰ ਪੈਦਾ ਕੀਤੇ ਨੇ। ਵੱਖ-ਵੱਖ ਮੰਚਾਂ ਤੇ ਬੜਾ ਸ਼ਾਨਦਾਰ ਕੰਮ ਕੀਤਾ ਹੈ ਔਰ ਇਹਨਾਂ ਦਾ ਕਾਰਜ ਖੇਤਰ ਜਿਹੜਾ ਆ ਸਿਰਫ ਮਾਲਪੁਰ ਇਲਾਕਾ ਨਹੀਂ, ਸਿਰਫ ਇੱਕ ਸਕੂਲ ਨਹੀਂ, ਸਗੋਂ ਪੂਰਾ ਪੰਜਾਬ ਤੇ ਪੂਰਾ ਵਿਸ਼ਵ ਹੈ ਔਰ ਵਿਸ਼ਵ ਪੱਧਰੀ ਜਿਹੜੇ ਕੰਮ ਕੀਤੇ ਨੇ ਉਹਨਾਂ ਬਾਰੇ ਆਪਾਂ ਅੱਜ ਜਾਣਕਾਰੀ ਹਾਸਲ ਕਰਨੀ ਹੈ। ਮੇਰੀ ਮੁਰਾਦ ਹੈ ਸਟੇਟ ਅਵਾਰਡੀ ਟੀਚਰ ਸਰਦਾਰ ਅਵਤਾਰ ਸਿੰਘ ਲਗੇਰੀ ਤੋਂ। ਅਵਤਾਰ ਸਿੰਘ ਜੀ, ਨਿੱਕੀਆਂ ਕਰੂਮਲਾ ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ ਮਾਨ ਸਾਹਿਬ। ਇਹ ਉਹ ਸ਼ਖਸੀਅਤ ਹੈ ਜਿਹਨੇ ਜ਼ਿੰਦਗੀ ਦੇ ਤਲਖ ਸੱਚ ਨੂੰ ਸਾਡੇ ਰੂਬਰੂ ਕੀਤਾ ਹੈ। ਪਹਿਲਾਂ ਮਿੰਨੀ ਕਹਾਣੀ ਲਿਖੀ, ਫਿਰ ਕਹਾਣੀਆਂ ਲਿਖੀਆਂ, ਕਵਿਤਾਵਾਂ ਲਿਖੀਆਂ, ਗੀਤ ਲਿਖੇ ਨੇ ਔਰ ਅੱਧੀ ਦਰਜਨ ਦੇ ਕਰੀਬ ਇਹਨਾਂ ਦੀਆਂ ਪੁਸਤਕਾਂ ਛਪ ਚੁੱਕੀਆਂ ਨੇ, ਜਿਨ੍ਹਾਂ ਪੁਸਤਕਾਂ ਦੇ ਵਿੱਚ 3 ਪੁਸਤਕਾਂ ਬੱਚਿਆਂ ਵਾਸਤੇ ਨੇ। ਸੋ ਲਗੇਰੀ ਸਾਹਿਬ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਸਾਹਿਤ ਦੀ ਗੱਲ ਕਰਾਂਗੇ। ਜਿਹੜੀ ਤੁਹਾਨੂੰ ਸਾਹਿਤ ਸਿਰਜਣਾ ਦੀ ਚੇਟਕ ਆ ਉਹ ਕਿੱਥੋਂ ਲੱਗੀ? ਹਾਂਜੀ ਮਾਨ ਸਾਹਿਬ, ਬਹੁਤ ਮੇਰੇ ਮਨ ਦੀਆਂ ਗਹਿਰਾਈਆਂ ਵਾਲਾ ਸਵਾਲ ਤੁਸੀਂ ਮੈਨੂੰ ਕੀਤਾ ਹੈ ਜੀ। ਮੇਰੇ ਪੜਦਾਦਾ ਜੀ ਸਿੰਘ ਸਾਹਿਬ ਭਾਈ ਮਾਨ ਸਿੰਘ ਜੀ, ਹਾਂਜੀ, ਉਹ ਗ੍ਰੰਥੀ ਦੀ ਸੇਵਾ ਨਿਭਾਉਂਦੇ ਸੀ। ਹਾਂਜੀ। ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਸੰਨ 1907 ਦੇ ਵਿੱਚ ਉਹਨਾਂ ਨੂੰ ਕੈਨੇਡਾ ਦੇ ਵਿੱਚ ਭੇਜਿਆ ਗਿਆ ਬਤੌਰ ਗ੍ਰੰਥੀ ਜੀ। ਔਰ ਉਹਨਾਂ ਨੇ ਉੱਥੇ ਜਾ ਕੇ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਜੋ ਕੈਨੇਡਾ ਦੇ ਅੰਦਰ ਖੁੱਲ੍ਹਿਆ ਸੀ, ਉਹਦੇ ਵਿੱਚ ਉਹਨਾਂ ਨੇ ਇੱਕ ਗੁਰਮੁਖੀ ਦਾ ਸਕੂਲ ਖੋਲ੍ਹਿਆ ਜੀ। ਔਰ ਉਸ ਸਕੂਲ ਦੇ ਵਿੱਚ ਜਿੱਥੇ ਪੰਜਾਬੀ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਈ ਜਾਂਦੀ ਸੀ, ਗੁਰਮੁਖੀ ਸਿਖਾਈ ਜਾਂਦੀ ਸੀ, ਉਹਦੇ ਨਾਲ ਦੇ ਨਾਲ ਛੋਟੀਆਂ-ਛੋਟੀਆਂ ਕਵਿਤਾਵਾਂ ਵੀ ਸਿਖਾਈਆਂ ਜਾਂਦੀਆਂ ਸੀ ਜੀ। ਔਰ ਉਸ ਕਮਿਊਨਿਟੀ ਨੂੰ ਪੰਜਾਬੀ ਦੇ ਨਾਲ ਜੋੜਿਆ ਜਾਂਦਾ ਸੀ, ਜਿਹੜੇ ਉਹ ਕਿ ਮੇਰੇ ਪ੍ਰੇਰਨਾ ਸਰੋਤ ਮੇਰੇ ਪੜਦਾਦਾ ਜੀ। ਉਹ ਤੁਹਾਡੇ ਪੜਦਾਦਾ ਜੀ 1907 ਦੇ ਵਿੱਚ ਕੈਨੇਡਾ ਗਏ ਔਰ ਉੱਥੇ ਉਹਨਾਂ ਨੇ ਗੁਰਮੁਖੀ ਸਕੂਲ ਚਾਲੂ ਕੀਤਾ। ਹਾਂਜੀ। ਕਹਿਣ ਦਾ ਭਾਵ ਤੁਹਾਡਾ ਜਿਹੜਾ ਪੂਰਾ ਪਰਿਵਾਰ ਆ, ਦਾਦੇ ਪੜਦਾਦੇ ਤੋਂ ਲੈ ਕੇ, ਉਹ ਸਾਹਿਤ ਦੇ ਨਾਲ, ਸ਼ਬਦ ਦੇ ਨਾਲ ਜੁੜਿਆ ਹੋਇਆ ਹੈ। ਬਿਲਕੁਲ। ਤੇ ਉਸ ਸ਼ਬਦ ਦੀ ਸ਼ਕਤੀ ਜਿਹੜੀ ਆ ਉਹ ਤੁਹਾਡੇ ਤੱਕ ਵੀ ਆ ਪਹੁੰਚਦੀ ਆ। ਹਾਂਜੀ। ਤੇ ਉਹ ਪੜਦਾਦਾ ਜੀ ਦੀ ਜਿਹੜੀ ਸ਼ਬਦ ਦੀ ਪ੍ਰੇਰਨਾ ਸੀ, ਉਸ ਪ੍ਰੇਰਨਾ ਨੇ ਤੁਹਾਨੂੰ ਕਿਸ ਰਾਹੇ ਪਾਇਆ? ਉਹ ਇੱਕ ਮਹਾਨ ਸ਼ਖਸੀਅਤ ਸੀ, ਕਿਉਂਕਿ ਲੰਗੇਰੀ ਦੇ ਵਿੱਚ 2 ਮੁੱਖ ਸ਼ਖਸੀਅਤਾਂ ਮੈਂ ਕਹਾਂਗਾ ਜੀ, ਜਿਨ੍ਹਾਂ ਦੇ ਵਿੱਚੋਂ ਭਾਈ ਪਿਆਰਾ ਸਿੰਘ ਜੀ ਔਰ ਭਾਈ ਮਾਨ ਸਿੰਘ ਜੀ। ਜੀ ਜੀ। ਭਾਈ ਮਾਨ ਸਿੰਘ ਜੀ ਧਾਰਮਿਕ ਖੇਤਰ ਦੇ ਵਿੱਚ ਔਰ ਭਾਈ ਪਿਆਰਾ ਸਿੰਘ ਜੀ ਧਾਰਮਿਕ ਸ਼ਖਸੀਅਤ ਦੇ ਹੋਣ ਦੇ ਨਾਲ ਨਾਲ ਬਹੁਤ ਵੱਡੇ ਇਨਕਲਾਬੀ ਜੀ ਉਹ ਯੋਧੇ ਹੋਏ ਆ ਇਸ ਪਿੰਡ ਦੇ ਜੀ। ਔਰ ਭਾਈ ਮਾਨ ਸਿੰਘ ਜੀ ਦਾ ਖੂਨ ਮੇਰੀਆਂ ਰਗਾਂ ਦੇ ਵਿੱਚ ਦੌੜਦਾ ਜੀ। ਮੈਂ ਇਹ ਕੋਸ਼ਿਸ਼ ਕਰ ਰਿਹਾ ਹਾਂਜੀ ਕਿ ਜੋ ਉਹਨਾਂ ਨੇ ਬੂਟਾ ਲਾਇਆ ਸੀਗਾ ਜੀ, ਉਸ ਨੂੰ ਮੈਂ ਹੋਰ ਅੱਗੇ ਲੈ ਕੇ ਜਾਵਾਂ। ਉਹ ਚਾਹੇ ਬੱਚਿਆਂ ਦਾ ਖੇਤਰ, ਉਹ ਬੱਚਿਆਂ ਦੇ ਫੀਲਡ ਰਾਹੀਂ, ਜੀ। ਚਾਹੇ ਮੈਂ ਇਨਸਾਨੀਅਤ ਦੇ ਪੱਖ ਤੋਂ, ਹਾਂਜੀ, ਚਾਹੇ ਮੈਂ ਮਤਲਬ ਕਿ ਲੋਕ ਪੱਖੀ ਕੋਈ ਵੀ ਕਾਰਜ ਕਰਕੇ ਜੀ, ਆਪਣੀ ਕਲਮ ਦੇ ਨਾਲ ਉਹਨਾਂ ਦੀ ਉਸ ਰੂਹ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ। ਇਹ ਬੜੀ ਵੱਡੀ ਗੱਲ ਆ ਕਿ ਤੁਸੀਂ ਆਪਣੇ ਬਜ਼ੁਰਗਾਂ ਦੀ ਦਿੱਤੀ ਵਿਰਾਸਤ ਨੂੰ ਸੰਭਾਲ ਰਹੇ ਆ ਔਰ ਆਉਣ ਵਾਲੀ ਪੀੜ੍ਹੀ ਦੇ ਹਵਾਲੇ ਕਰ ਰਹੇ ਆ। ਤੁਸੀਂ ਜਿਹੜੇ ਉਹਨਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਦੇ ਆ, ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਕਿਹੜੀਆਂ ਲਾਈਨਾਂ ਦਿੱਤੀਆਂ ਨੇ? ਦੇਖੋ ਮਾਨ ਸਾਹਿਬ, ਤੁਸੀਂ ਵੀ ਪੇਸ਼ੇਵਰ ਵਜੋਂ ਤੁਸੀਂ ਅਧਿਆਪਕ ਹੋ ਜੀ। ਸਾਡੇ ਕੋਲ ਜਿਸ ਵੇਲੇ ਬੱਚਾ ਆਉਂਦਾ ਹੈ, ਉਹ ਸਾਡੇ ਕੋਲ ਛੋਟਾ ਬੱਚਾ ਹੁੰਦਾ, ਉਹ ਆਪਾਂ ਐਂ ਕਹਾਂਗੇ ਕਿ ਉਹ ਸਾਡੇ ਕੋਲ ਇੱਕ ਰॉ ਮਟੀਰੀਅਲ ਹੈ ਜੀ। ਹਾਂਜੀ। ਅਸੀਂ ਉਹਨੂੰ ਜਿਹੋ ਜਿਹਾ ਵੀ ਮਰਜ਼ੀ ਮਤਲਬ ਕਿ ਉਹਨੂੰ ਮਾਰਕੀਟ ਦੇ ਵਿੱਚ ਲੈ ਕੇ ਜਾਣਾ। ਹਾਂਜੀ। ਇੱਕ ਅਸੀਂ ਉਹਨੂੰ ਬਚਪਨ ਤੋਂ ਜੀ, ਬੱਚੇ ਤੋਂ ਇੱਕ ਸਹੀ ਇਨਸਾਨ ਬਣਾ ਕੇ ਜੀ ਸਮਾਜ ਨੂੰ ਦੇਣਾ। ਜੀ ਜੀ। ਔਰ ਉਹਦੇ ਵਿੱਚ ਦੇਖੋ ਕਿ ਜਿਸ ਵੇਲੇ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਦੇ ਹਾਂ, ਵਿਰਸੇ ਦੀ ਗੱਲ ਕਰਦੇ ਹਾਂ, ਹਾਂਜੀ, ਸਭ ਤੋਂ ਪਹਿਲੇ ਤਾਂ ਇਹ ਹੈ ਕਿ ਉਸ ਬੱਚੇ ਨੂੰ
ਪੜ੍ਹਨ ਲਿਖਣ ਹਾਂਜੀ ਔਰ ਆਲੇ ਦੁਆਲੇ ਨੂੰ ਦੀ ਜਿਗਿਆਸਾ ਨੂੰ ਜਾਣਨ ਦੇ ਯੋਗ ਬਣਾਉਣਾ। ਜੀ ਔਰ ਜਿਸ ਵੇਲੇ ਉਹਨੇ ਸਾਰਾ ਕੁਝ ਸਿੱਖ ਲਿਆ, ਪੜ੍ਹਨਾ ਲਿਖਣਾ ਸਮਝਣਾ ਸਿੱਖ ਲਿਆ, ਔਰ ਉਸ ਦੇ ਵਿੱਚ ਜਿਹੜੀਆਂ ਮਹਾਨ ਸ਼ਖਸੀਅਤਾਂ, ਚਾਹੇ ਉਹ ਧਾਰਮਿਕ ਸ਼ਖਸੀਅਤਾਂ ਨੇ, ਜੀ ਚਾਹੇ ਦੇਸ਼ ਭਗਤੀ ਦੇ ਨਾਲ ਜਿਹੜੇ ਸਾਡੇ ਮਹਾਨ ਯੋਧੇ ਨੇ, ਸਾਡੇ ਹੀਰੋ ਨੇ, ਜੀ ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਆਪਣੀਆਂ ਕਲਾਕ੍ਰਿਤਾਂ ਰਾਹੀਂ, ਹਾਂਜੀ ਆਪਣੇ ਕੋਰੀਓਗ੍ਰਾਫੀਸ ਰਾਹੀਂ, ਜੀ ਆਪਣੇ ਛੋਟੇ ਛੋਟੇ ਪਲੇ ਕਰਕੇ ਜੀ ਕਿ ਅਸੀਂ ਸਮੇਂ ਦੇ ਹਾਣੀ ਬਣਾਉਣ ਵਾਸਤੇ ਹਾਂਜੀ ਔਰ ਉਹਨਾਂ ਸ਼ਖਸੀਅਤਾਂ ਨੇ ਜੋ ਵੀ ਅਮਿੱਟ ਪੈੜਾਂ ਛੱਡੀਆਂ ਆ, ਜੀ ਉਹਨਾਂ ਦੇ ਉੱਪਰ ਚੱਲਣ ਦੇ ਸਮਰੱਥ ਬਣਾਉਣਾ ਬੱਚਿਆਂ ਨੂੰ। ਜੀ ਇਹ ਮੇਰੀ ਮਤਲਬ ਵੱਖ-ਵੱਖ ਵਿਧਾਵਾਂ, ਚਾਹੇ ਉਹ ਕਹਾਣੀ ਆ, ਨਾਟਕ ਆ, ਪਲੇ ਆ, ਚਾਹੇ ਉਹ ਕਵਿਤਾ ਆ, ਹਾਂਜੀ। ਚਾਹੇ ਉਹ ਕੋਈ ਦੋਹੇ ਆ, ਹਾਂਜੀ। ਜੋ ਵੀ ਮੇਰੀ ਕਲਮ ਤੋਂ ਜੋ ਵੀ ਨਿਕਲਦਾ, ਮੈਂ ਉਹ ਬੱਚਿਆਂ ਨੂੰ ਉਹਨਾਂ ਵਿਧਾਵਾਂ ਦੇ ਨਾਲ, ਮੇਰੀ ਕੋਸ਼ਿਸ਼ ਹੈ ਕਿ ਉਹ ਬਚਪਨ ਤੋਂ ਬੱਚੇ ਹੋ ਕੇ ਸਮਾਜ ਦੇ ਇੱਕ ਵਧੀਆ ਇਨਸਾਨ ਜਿਹੜੇ ਬਣ ਕੇ ਉਹ ਸਾਡੇ ਕੋਲ। ਲੰਗੇਰੀ ਸਾਹਿਬ ਦੇਖੋ, ਜਿਹੜੀ ਸਾਹਿਤਕਾਰ ਦੀ ਰਚਨਾ ਹੁੰਦੀ ਹੈ ਉਹਦਾ ਮਕਸਦ ਇਹੀ ਹੁੰਦਾ ਕਿ ਸਰਬ ਹਿਤਕਾਰੀ। ਤੁਹਾਡੀ ਹਰ ਰਚਨਾ ਦਾ ਇਹੀ ਮਕਸਦ ਆ ਕਿ ਉਹ ਸਰਬੱਤ ਦੇ ਭਲੇ ਦੀ ਗੱਲ ਕਰੇ। ਤੁਸੀਂ ਇੱਕ ਅਧਿਆਪਕ ਹੋਣ ਦੇ ਨਾਤੇ, ਕਿਉਂਕਿ ਤੁਹਾਡੀ ਮਿਹਨਤ ਜਿਹੜੀ ਆ, ਜਿਹੜੀ ਘਾਲਣਾ ਸੀ, ਉਹਨੂੰ ਸਨਮਾਨਿਤ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਰਾਜ ਅਧਿਆਪਕ ਪੁਰਸਕਾਰ ਦੇ ਨਾਲ। ਇਹ ਪੁਰਸਕਾਰ ਪ੍ਰਾਪਤ ਕਰਨ ਵਾਸਤੇ ਜਾਂ ਪੁਰਸਕਾਰ ਤੱਕ ਪਹੁੰਚਣ ਵਾਸਤੇ ਤੁਸੀਂ ਜਿਹੜੀ ਮਿਹਨਤ ਕੀਤੀ ਆ ਅਧਿਆਪਨ ਦੇ ਕਿੱਤੇ 'ਚ, ਉਹ ਕਿੰਨੀ ਕੀਤੀ? ਮਾਨ ਸਾਹਿਬ, ਬੜੀ ਮੈਨੂੰ ਇਸ ਗੱਲ ਦੀ ਤਸੱਲੀ ਆ ਜੀ ਕਿ ਆਮ ਤੌਰ ਤੇ ਸੁਣਿਆ ਜਾਂਦਾ ਕਿ ਇਹ ਜਿਹੜੇ ਹੈਗੇ ਆ ਅਵਾਰਡ ਆ, ਉਹ ਜੁਗਾੜ ਨਾਲ ਲੈ ਜਾਂਦੇ। ਔਰ ਮੈਂ ਛੋਟੇ ਬੱਚਿਆਂ ਨੂੰ ਲੈ ਕੇ ਹਾਂਜੀ ਇੱਕ ਸਟੇਟ ਪੱਧਰ ਦਾ ਸਮਾਗਮ ਰਚਿਆ ਗਿਆ ਸੀਗਾ, ਖੇਡਾਂ ਦਾ ਸਮਾਗਮ ਸੀਗਾ। ਇਹ ਸਾਲ ਸ਼ਾਇਦ 2001-2 ਦੀ ਗੱਲ ਹੈ ਜੀ। ਉਹਦੇ ਵਿੱਚ ਮੈਂ ਆਪਣੇ ਕੋਈ 7-8 ਸਕੂਲਾਂ ਦੇ ਬੱਚੇ, ਮੇਰੇ ਆਪਣੇ ਸਕੂਲ ਤੋਂ ਇਲਾਵਾ ਹੋਰਨਾਂ ਵੀ ਸਕੂਲਾਂ ਦੇ ਬੱਚੇ, ਉਹਨਾਂ ਨੂੰ ਲੈ ਕੇ ਮੈਂ ਇੱਕ ਪ੍ਰੋਗਰਾਮ ਤਿਆਰ ਕੀਤਾ ਸੀ, ਜੈ ਹਿੰਦ ਕੀ ਸੈਨਾ ਜੀ। ਔਰ ਉਸ ਸਮੇਂ ਕਾਰਗਿਲ ਦੀ ਜਿਹੜੀ ਜੰਗ ਹੈ ਉਹ ਹੋ ਕੇ ਹਟੀ ਸੀਗੀ। ਔਰ ਉਹ ਪੇਸ਼ਕਾਰੀ ਜੀ ਇੰਨੀ ਕੁ ਜ਼ਬਰਦਸਤ ਸੀਗੀ ਜੀ ਕਿ ਇੱਕ ਫੌਜੀ ਜਵਾਨ ਨੇ ਫੌਜ ਤੋਂ ਭਰਤੀ ਹੋਣ ਤੱਕ, ਸ਼ਹੀਦ ਹੋਣ ਤੱਕ, ਔਰ ਉਹਦੀ ਵਿਧਵਾ ਨੂੰ ਸਨਮਾਨਿਤ ਕਰਨ ਤੱਕ ਉਹ ਇਹੋ ਜਿਹਾ ਮਤਲਬ ਕਿ ਸੀਨ ਪੇਸ਼ ਕੀਤਾ ਸੀ। ਔਰ ਜਿਹੜੇ ਪੂਰੇ ਪੰਜਾਬ ਦੇ ਲੋਕ ਜੀ, ਔਰ ਸਿੱਖਿਆ ਮੰਤਰੀ ਸਾਹਿਬ ਬਹਿਲ ਸਾਹਿਬ ਉੱਥੇ ਬੈਠੇ ਸੀ ਜੀ, ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮੁੰਡਾ ਇਹ ਕੀ ਆ, ਇਹ ਡਾਇਰੈਕਟਰ ਆ ਜਾਂ ਕੀ? ਉਹਨਾਂ ਜਦੋਂ ਇਹ ਦੱਸਿਆ ਗਿਆ ਵੀ ਇੱਕ ਸਧਾਰਨ ਪ੍ਰਾਇਮਰੀ ਅਧਿਆਪਕ ਆ ਜੀ, ਔਰ ਉਹਨਾਂ ਨੇ ਮੈਨੂੰ ਬੁਲਾਇਆ ਸਟੇਜ ਦੇ ਉੱਤੇ, ਤੇ ਉਹਨਾਂ ਨੇ ਆਪਣੀ ਗਲੇ ਨਾਲ ਛਾਤੀ ਨਾਲ ਲਾਇਆ। ਉਹਨਾਂ ਨੇ ਕਿਹਾ ਵੀ ਤੂੰ ਸੱਚਮੁੱਚ ਹੀ ਜੋ ਅਧਿਆਪਕ ਦਾ ਫਰਜ਼ ਆ ਉਸ ਤੋਂ ਅੱਗੇ ਜਾ ਕੇ ਕੰਮ ਕਰ ਰਿਹਾ, ਤੇ ਤੈਨੂੰ ਮੈਂ ਸਟੇਟ ਅਵਾਰਡ ਦੇਣਾ। ਤੇ ਮੈਂ ਮਤਲਬ ਤੁਸੀਂ ਸਟੇਟ ਅਵਾਰਡ ਲਿੱਤਾ ਨਹੀਂ, ਤੁਹਾਨੂੰ ਦਿੱਤਾ ਗਿਆ। ਬਿਲਕੁਲ ਇਹ ਬੜੀ ਵੱਡੀ ਸ਼ਾਨਦਾਰ ਤੁਹਾਡੀ ਪ੍ਰਾਪਤੀ ਆ, ਕਿਉਂਕਿ ਜਦੋਂ ਕੰਮ ਦੀ ਕਦਰ ਪੈਂਦੀ ਆ, ਜਦੋਂ ਕੰਮ ਬੋਲਦਾ ਆ ਤੇ ਮਾਣ ਵੱਧਦਾ। ਤੁਸੀਂ ਮੈਨੂੰ ਪਤਾ ਕਿ ਤੁਸੀਂ ਬਹੁਤ ਸਾਰੇ ਮੰਚਾਂ ਦੇ ਉੱਤੇ ਬੱਚਿਆਂ ਨੂੰ, ਸਿਰਫ ਆਪਣੇ ਸਕੂਲ ਦੇ ਉਹਨਾਂ ਇਲਾਕੇ ਦੇ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਦੀ ਜਿਹੜੀ ਪ੍ਰਤਿਭਾ ਉਹਨੂੰ ਉਜਾਗਰ ਕੀਤਾ। ਕਿਸੇ ਨੂੰ ਗਾਉਣਾ ਸਿਖਾਇਆ, ਕਿਸੇ ਨੂੰ ਨੱਚਣਾ ਸਿਖਾਇਆ, ਕਿਸੇ ਨੂੰ ਬੋਲਣਾ ਸਿਖਾਇਆ, ਕਿ ਵੱਖ-ਵੱਖ ਖੇਤਰਾਂ 'ਚ ਉਹਨਾਂ ਨੂੰ ਅੱਗੇ ਤੋਰਿਆ। ਤੁਸੀਂ ਹੁਣ ਸੇਵਾ ਮੁਕਤ ਹੋ ਰਹੇ ਬੜੀ ਜਲਦੀ, ਤੇ ਇਸ ਜੀਵਨ ਦੇ ਵਿੱਚ ਤੁਹਾਡੇ ਜਿਹੜੇ ਕਿੰਨੇ ਕੁ ਬੱਚੇ ਜਿਹੜੇ ਵੱਖ-ਵੱਖ ਫੀਲਡਾਂ 'ਚ ਉੱਚੇ, ਜਿਨ੍ਹਾਂ ਤੱਕ ਤੁਸੀਂ ਸੋਚਦੇ ਸੀ ਕਿ ਇਹ ਗਾਇਕ ਬਣ ਜਾਊਗਾ, ਇਹ ਸੰਗੀਤਕਾਰ ਬਣ ਜਾਊਗਾ, ਇਹ ਐਕਟਰ ਬਣ ਜਾਊਗਾ, ਉਹ ਕਿੰਨੇ ਕੁ ਪਹੁੰਚੇ ਨੇ? ਬੜੀਆਂ ਤਮੰਨਾ ਸੀ ਮਨ ਦੇ ਵਿੱਚ ਮੇਰੀ। ਜਦੋਂ ਵੀ ਮੈਂ ਕੋਈ ਕੰਮ ਕਰਦਾ ਹੁੰਦਾ, ਇਹ ਨਹੀਂ ਹੁੰਦਾ ਵੀ ਮੈਂ ਇਹਨੂੰ ਇੰਜੋਏ ਕਰਨਾ ਕੁਝ ਸਮੇਂ ਵਾਸਤੇ, ਜਾਂ ਇਹ ਮੇਰੀ ਡਿਊਟੀ ਲੱਗੀ ਆ ਵੀ ਇਹ ਆਪਾਂ ਇਹ ਕੰਮ ਕਰਨਾ, ਇੰਨਾ ਚਿਰ ਦੀ ਡਿਊਟੀ, ਉਸ ਤੋਂ ਬਾਅਦ ਖਤਮ ਹੋ ਜਾਣੀ ਤੇ ਆਪਣਾ ਫਰੀ। ਮੈਂ ਜਿਹੜਾ ਵੀ ਕੰਮ ਕੀਤਾ ਜੀ, ਮੈਂ ਉਹਦੇ ਦੇਖਿਆ ਵੀ ਇਹਦੇ ਵਿੱਚੋਂ ਲੰਬੇ ਸਮੇਂ ਵਾਸਤੇ ਜਿਹੜਾ ਵੀ ਬੱਚਾ ਜਿੱਥੇ ਵੀ ਕੰਮ ਕਰ ਰਿਹਾ, ਉਹ ਭਵਿੱਖ ਵਿੱਚ ਉਹਨੂੰ ਉਸ ਕੰਮ ਨੇ ਉਦੋਂ ਕੀ ਫਲ ਦੇਣਾ। ਔਰ ਅਧਿਆਪਕ ਉਹਦੀ ਜਿਹੜੀ ਨਜ਼ਰ ਇੱਦਾਂ ਦੀ ਹੋਣੀ ਚਾਹੀਦੀ ਆ ਵੀ ਇੱਕ ਬੱਚਾ ਉਹ ਸਾਇੰਸ ਨੂੰ ਉਹਦਾ ਇੰਟਰਸਟ ਹੈਗਾ ਤੇ ਮੈਂ ਉਹਨੂੰ ਨਾਟਕਕਾਰ ਬਣਾਈ ਜਾਵਾਂ। ਠੀਕ ਹੈ ਨਾ ਜੀ। ਮਤਲਬ ਤੁਸੀਂ ਮਨੋਵਿਗਿਆਨਕ ਦ੍ਰਿਸ਼ਟੀਕੋਣ ਉਸ ਬੱਚੇ ਦੀ ਜਿਹੜੀ ਮਾਨਸਿਕਤਾ ਉਹਨੂੰ ਪੜ੍ਹ ਕੇ ਫਿਰ ਉਹਨੂੰ ਉਸ ਲਾਈਨ 'ਚ, ਜੇਕਰ ਮੈਨੂੰ ਇਸ ਗੱਲ ਦਾ ਪਤਾ ਕਿ ਇਸ ਬੱਚੇ ਦਾ ਇਸ ਕਲਾਤਮਕ ਰੁਚੀਆਂ ਵਾਲੇ ਪਾਸੇ ਇਹ ਬੱਚਾ ਪੂਰਾ ਪਰਫੈਕਟ ਕੰਮ ਨਹੀਂ ਕਰ ਸਕਦਾ, ਔਰ ਇਹ ਬੱਚਾ ਜਿਹੜਾ ਡਾਕਟਰ ਬਣ ਸਕਦਾ, ਔਰ ਉਹਨੂੰ ਉਸ
ਉਸ ਮਤਲਬ ਐਂਗਲ ਨਾਲ ਉਹਨੂੰ ਹੈਂਡਲ ਕਰਕੇ ਹਾਂਜੀ ਉਹਨੂੰ ਜਵਾਹਰ ਨਵੋਦਿਆ ਸਕੂਲ ਦੀ ਤਿਆਰੀ ਕਰਵਾਈ ਜੀ ਕਿ ਇਹਨੇ ਮੇਰੇ ਕੋਲ ਤੇ ਪ੍ਰਾਇਮਰੀ ਤੱਕ ਪੜ੍ਹਨਾ ਹੈ ਆਹ, ਔਰ 6ਵੀਂ ਤੋਂ ਬਾਅਦ ਜਾ ਕੇ ਇਹਨੇ ਇੰਗਲਿਸ਼ ਮੀਡੀਅਮ ਪੜ੍ਹੇ, ਹਾਂਜੀ ਮੈਡੀਕਲ ਜਾਂ ਨਾਨ ਮੈਡੀਕਲ ਲੈ ਲਵੇ, ਜੀ। ਪਰ ਆਪਣੀ ਮੰਜ਼ਿਲ ਤੇ ਉਹਨੂੰ ਮੈਂ ਇਹ ਉੱਥੋਂ ਤੱਕ ਛੱਡਿਆ ਵੀ ਨਹੀਂ ਜੀ ਵੀ 5ਵੀਂ ਜਮਾਤ ਦੇ ਵਿੱਚੋਂ ਮੈਨੂੰ ਉਹ ਗਾਂ 6ਵੀਂ ਛੱਡ ਦਿੱਤਾ। ਜੀ। ਉਹ ਜਿੰਨਾ ਚਿਰ ਤੱਕ ਉਹ ਉੱਥੋਂ ਤੱਕ ਪਹੁੰਚੇ ਨਹੀਂ ਆ, ਜੀ ਉਸ ਲਾਈਨ ਤੱਕ ਪਹੁੰਚੇ ਨਹੀਂ, ਮੈਂ ਉਹਦਾ ਪੂਰਾ ਪਿੱਛਾ ਕੀਤਾ, ਬਹੁਤ ਚਾਹੇ ਉਹ ਕੁੱਲੀਆਂ 'ਚ ਉੱਠਿਆ ਹੋਵੇ ਜੀ ਔਰ ਕੁੱਲੀਆਂ ਦੇ ਵਿੱਚ ਮੈਨੂੰ ਜਾਣਾ ਪਵੇ, ਜੀ ਝੌਂਪੜੀਆਂ 'ਚ ਜਾਣਾ ਪਵੇ, ਹਾਂਜੀ ਛੱਪੜ ਟੋਬੇ ਪਾਰ ਕਰਕੇ ਜਾਣਾ ਪਵੇ, ਮੈਂ ਉੱਥੇ ਗਿਆ। ਜੀ ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਆਪਣੇ ਮੈਡੀਕਲ ਤੇ ਨਾਨ ਮੈਡੀਕਲ ਵਿੱਚ ਹਾਂਜੀ ਮੇਰੇ ਕੋਲ ਜਿਹੜੇ ਸਟੂਡੈਂਟ ਪੜ੍ਹੇ ਆ, ਹਾਂਜੀ ਕੋਈ 20 ਦੇ ਲਗਭਗ ਉਹ ਇੰਜੀਨੀਅਰ ਜੀ ਬਤੌਰ ਆਪਣੇ ਵੱਖ-ਵੱਖ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ ਔਰ ਆਪਣੇ ਦੇਸ਼ ਵਿਦੇਸ਼ ਦੇ ਵਿੱਚ ਕੰਮ ਕਰਦੇ ਆ ਔਰ ਮੇਰੇ ਕੋਲ ਪੜ੍ਹੇ ਲਗਭਗ 3 ਡਾਕਟਰ ਜੀ ਔਰ ਬਾਕੀ ਜਿਹੜੀ ਕਲਾ ਦੇ ਖੇਤਰ 'ਚ। ਕਲਾ ਦੇ ਖੇਤਰ ਦੇ ਵਿੱਚ ਹਾਂ ਵੱਖ-ਵੱਖ ਗਰੁੱਪਾਂ ਦੇ ਵਿੱਚ ਜੀ। ਉਹ ਬਤੌਰ ਪਲੇ ਕਰ ਰਹੇ ਆ, ਕੰਮ ਕਰ ਰਹੇ। ਬਤੌਰ ਨਾਟਕਕਾਰ ਉਹ ਕੰਮ ਕਰ ਰਹੇ ਮੇਰੀ ਸਾਹਿਬ ਅਧਿਆਪਕ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਦਾ ਪ੍ਰਭਾਵ ਕਿੱਥੋਂ ਤੱਕ ਪੈ ਰਿਹਾ। ਜਿਵੇਂ ਤੁਸੀਂ ਗਿਣਤੀ ਦੱਸ ਰਹੇ, ਮੇਰੇ ਹਿਸਾਬ ਨਾਲ ਇਹ ਗਿਣਤੀ ਬੜੀ ਥੋੜੀ ਆ, ਕਿਉਂਕਿ ਤੁਹਾਡੇ ਜਾਣਕਾਰੀ 'ਚ ਇੰਨੇ ਕੁ ਆ। ਕਈ ਵਾਰੀ ਬੱਚਾ ਪ੍ਰਭਾਵ ਲੈ ਲੈਂਦਾ ਤੇ ਉਹ ਦੱਸਦਾ ਨਹੀਂ ਤੇ ਉਹ ਆਪਣੀ ਲਾਈਨ ਤੇ ਤੁਰਿਆ ਜਾਂਦਾ, ਤੁਹਾਡੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ। ਸੋ ਤੁਸੀਂ ਇੱਕ ਸਮਰਪਿਤ ਅਧਿਆਪਕ ਹੋ ਕੇ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ ਔਰ ਨਿਭਾਇਆ। ਅੱਜ ਤੱਕ ਤੁਸੀਂ ਇਸ ਚੀਜ਼ ਨੂੰ ਨਿਭਾ ਰਹੇ ਆ। ਇੱਕ ਅਧਿਆਪਕ ਦੇ ਵਿੱਚ, ਇੱਕ ਕਾਮਯਾਬ ਅਧਿਆਪਕ ਵਿੱਚ ਕਿਹੜੀਆਂ ਖੂਬੀਆਂ ਹੁੰਦੀਆਂ? ਮਾਨ ਸਾਹਿਬ, ਇਹ ਤਾਂ ਬਹੁਤ ਵਧੀਆ ਸਵਾਲ ਹੈ, ਕਿਉਂਕਿ ਅਧਿਆਪਕ ਤੋਂ ਇਹ ਗੱਲ ਪੁੱਛਣੀ ਤਾਂ ਦੇਖੋ ਜੋ ਉਹ ਕਿੱਤਾ ਕਰ ਰਿਹਾ ਜੀ ਉਹਦੇ ਵਿੱਚ ਉਹ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ, ਉਹਨੂੰ ਆਪ ਵੀ ਅਡਾਪਟ ਕਰਨਾ ਚਾਹੀਦਾ ਜੀ ਔਰ ਉਹ ਦੱਸਣਾ ਵੀ ਉਹ ਮਤਲਬ ਕਿ ਬਹੁਤ ਚੰਗੀ ਗੱਲ ਹੈ। ਹਾਂਜੀ ਸੋ ਸਭ ਤੋਂ ਦੇਖੋ ਦਸਤਾਰ ਤੇ ਗੁਫਤਾਰ, ਇਹ 3 ਚੀਜ਼ਾਂ ਜਿਹੜੀਆਂ ਉਹ ਚੱਲਣਾ ਕਿੱਦਾਂ ਆ, ਬੋਲਣਾ ਕਿੱਦਾਂ ਆ, ਉਹਨੇ ਜੀ। ਕੱਪੜਾ ਲੀੜਾ ਕਿੱਦਾਂ ਪਹਿਨਣਾ ਜੀ। ਹਾਂਜੀ, ਉਹ ਇਹ ਸਾਰੇ ਜਿਹੜੇ ਗੁਣ ਆ ਜੇਕਰ ਉਹ ਅਧਿਆਪਕ 'ਚ ਹੋਣਗੇ ਹਾਂਜੀ ਤਾਂ ਫਿਰ ਬੱਚਾ ਉਹ ਤੋਂ ਉਹ ਸਿੱਖਦਾ। ਜੀ ਬੱਚੇ ਨੂੰ ਉਹਨੂੰ ਮਨੋਵਿਗਿਆਨਕ ਤੌਰ ਤੇ ਜਾਣਨਾ ਹਾਂਜੀ ਤੇ ਆਪਣੇ ਪੇਸ਼ੇ ਨੂੰ ਸਮਰਪਿਤ ਹੋਣਾ। ਜੀ ਜਿਹੜਾ ਅਧਿਆਪਕ ਹੈ ਹਾਂਜੀ ਉਸ ਨੂੰ ਰਾਤ ਨੂੰ ਸੁੱਤੇ ਪਏ ਨੂੰ, ਜੀ ਸੈਰ ਕਰਦੇ ਨੂੰ, ਰੋਟੀ ਖਾਂਦੇ ਨੂੰ, ਜੀ ਸੌਂਦੇ ਨੂੰ, ਬੈਠਦੇ ਨੂੰ, ਉੱਠਦੇ ਨੂੰ ਜੀ ਉਹਨੂੰ ਸੁਪਨਾ ਸਕੂਲ ਦਾ ਆਉਣਾ ਚਾਹੀਦਾ, ਜੀ ਉਹਨੂੰ ਸੁਪਨਾ ਜਿਹੜਾ ਬੱਚਿਆਂ ਦਾ ਆਉਣਾ ਚਾਹੀਦਾ। ਜੀ ਉਹਨੇ ਜਿਸ ਵੇਲੇ ਸਕੂਲ ਵੱਲ ਨੂੰ ਮੂੰਹ ਕਰਨਾ ਹੈ ਹਾਂਜੀ ਤੇ ਉਹਦੇ ਸਾਹਮਣੇ ਇੱਕ ਉਸ ਦਿਨ ਦੀ ਪਲੈਨਿੰਗ ਹੋਣੀ ਚਾਹੀਦੀ ਆ ਜੀ ਵੀ ਮੈਂ ਸਕੂਲ 'ਚ ਐਂਟਰੀ ਕਰਨੀ ਆ, ਜੀ। ਉੱਥੇ ਜਾ ਕੇ ਮੈਂ ਕੀ ਕਰਨਾ ਆ ਔਰ ਸ਼ਾਮ ਤੱਕ ਅਸੀਂ ਔਰ ਸ਼ਾਮ ਨੂੰ ਉਹ ਜਿਹੜਾ ਦਰਵਾਜ਼ੇ ਦੇ ਉੱਤੇ ਬੋਰਡ ਆ ਆਹ, ਉਹਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ ਜਿਹਦੇ ਉੱਤੇ ਲਿਖਿਆ ਹੁੰਦਾ ਕਿ ਮੈਂ ਆਪਣਾ ਫਰਜ਼ ਨਿਭਾਇਆ। ਗੇਰੀ ਸਾਹਿਬ, ਬਹੁਤ ਖੂਬਸੂਰਤ ਤੁਹਾਡੀ ਪ੍ਰੇਰਨਾ ਹੈਗੀ ਹੈ, ਕਿਉਂਕਿ ਤੁਸੀਂ ਇਸ ਚੀਜ਼ ਨੂੰ ਹੰਢਾ ਰਹੇ ਔਰ ਨਿਭਾ ਰਹੇ ਆ। ਇੱਕ ਅਧਿਆਪਕ ਦੇ ਵਿੱਚ ਜਿਹੜੇ ਗੁਣ ਹੋਣੇ ਚਾਹੀਦੇ, ਕਿਉਂਕਿ ਅਧਿਆਪਕ ਨੂੰ ਮੈਂ ਜੋ ਸਮਝਦਾ ਉਹ ਮਨੋਵਿਗਿਆਨੀ ਵੀ ਹੈ, ਉਹ ਡਾਕਟਰ ਵੀ ਆ, ਉਹ ਇੰਜੀਨੀਅਰ ਵੀ ਆ, ਤੇ ਉਹਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਹੁੰਦੀਆਂ, ਕਿਉਂਕਿ ਉਹ ਆਲਰਾਊਂਡਰ ਹੁੰਦਾ। ਕਿਉਂਕਿ ਅਸੀਂ ਵੀ ਬੱਚੇ ਦੀ ਜਿਹੜੀ ਪ੍ਰਤਿਭਾ ਉਹਨੂੰ ਵੱਖ-ਵੱਖ ਖੇਤਰਾਂ 'ਚ ਉਹਨੂੰ ਉਜਾਗਰ ਕਰਨਾ ਹੁੰਦਾ। ਉਜਾਗਰ ਟੀਚਰ ਤਾਂ ਹੀ ਕਰ ਸਕਦਾ ਜੇ ਉਹ 'ਚ ਖੋਜ ਗੁਣ ਵਾ। ਸੋ ਇਹ ਜਿਹੜੇ ਗੁਣ ਤੁਸੀਂ ਦੱਸੇ ਇਹ ਹਰ ਅਧਿਆਪਕ ਵਿੱਚ ਹੋਣੇ ਚਾਹੀਦੇ ਆ। ਕਈ ਵਾਰੀ ਸਾਡੇ ਕੋਲ ਬੱਚੇ ਜਿਹੜੇ ਆ ਵੱਖ-ਵੱਖ ਵਰਗਾਂ 'ਚੋਂ ਆਉਂਦੇ ਨੇ ਤੇ ਵੱਖ-ਵੱਖ ਸੋਚ ਦੇ ਮਾਲਕ ਹੁੰਦੇ ਨੇ। ਜਿਹੜੀ ਉਹਨਾਂ ਦੀ ਸੋਚ ਨੂੰ ਤੁਸੀਂ ਉੱਚਾ ਕਿੱਦਾਂ ਕਰਦੇ ਆ? ਮਾਨ ਸਾਹਿਬ, ਮੈਂ ਇੱਕ ਬੱਚਾ ਸੀਗਾ ਜੀ ਔਰ ਉਹ ਮਤਲਬ ਕਿ ਪੜ੍ਹਨ ਦੇ ਵਿੱਚ ਉਹਦਾ ਘੱਟ ਸੀਗਾ, ਧਿਆਨ ਘੱਟ ਰੁਝਾਨ ਸੀ ਜੀ। ਔਰ ਉਹਦੇ ਪੇਰੈਂਟਸ ਨੇ ਮੈਨੂੰ ਕਿਹਾ ਕਿ ਇਹਦਾ ਬੱਚੇ ਦਾ ਧਿਆਨ ਰੱਖਣਾ। ਅੱਛਾ ਜੀ। ਔਰ ਮੈਂ ਉਹਦਾ ਪੂਰਾ ਧਿਆਨ ਰੱਖਿਆ ਔਰ ਇੱਕ ਦਿਨ ਕੀ ਹੋਇਆ ਕਿ ਉਹ ਦੁਪਹਿਰ ਨੂੰ ਬੱਚਾ ਉਹ ਸਕੂਲ ਵਿੱਚ ਸੀ ਤੇ ਉਹਨਾਂ ਦੇ ਉਹ ਜਿਹੜੀ ਜਿੱਥੇ ਉਹ ਕੁੱਲੀਆਂ ਦੇ ਵਿੱਚ ਰਹਿੰਦੇ ਸੀ ਬੱਚੇ, 7-8 ਹੋਰ ਵੀ ਬੱਚੇ ਉਹਨਾਂ ਦੇ ਨਾਲ ਸੀ ਹਾਂਜੀ। ਤੇ ਉਹਨਾਂ ਦੀ ਕੁੱਲੀਆਂ ਨੂੰ ਅੱਗ ਲੱਗ ਗਈ। ਅੱਛਾ ਜੀ। ਕੁੱਲੀਆਂ ਨੂੰ ਅੱਗ ਲੱਗ ਕੇ ਉਹਨਾਂ ਦਾ ਕੁਝ ਨਹੀਂ ਬਚਿਆ ਜੀ। ਸਾਰਾ ਕੁਝ ਉਹਨਾਂ ਦਾ ਕਿਤਾਬਾਂ ਵਿੱਚ ਜੋ ਵੀ ਸੀ ਘਰ ਸਾਰਾ ਕੁਝ ਤਬਾਹ ਹੋ ਗਿਆ, ਬਰਬਾਦ ਹੋ ਗਿਆ। ਜੀ। ਔਰ ਜਿਸ ਵੇਲੇ
ਉਹ ਬੱਚੇ ਜਦੋਂ ਉਹਨਾਂ ਨੂੰ ਪਤਾ ਲੱਗਿਆ, ਜਦੋਂ ਜਾ ਰਹੇ ਸੀ ਘਰ ਨੂੰ ਵਾਪਸ, ਤੇ ਮੇਰੀਆਂ ਮਤਲਬ ਅੱਖਾਂ ਜਿਹੜੀਆਂ ਨਾ ਉਹ ਮਤਲਬ ਛਮ ਰੋਂਦੀਆਂ ਸੀ ਵੀ ਬੱਚੇ ਜਿਹੜੇ ਆ ਜਦੋਂ ਘਰ ਨੂੰ ਜਾ ਰਹੇ ਜਾਂਦੇ ਨੇ, ਘਰ ਨਹੀਂ ਹੋਣਾ, ਕੁਝ ਨਹੀਂ ਹੋਣਾ, ਸਭ ਕੁਝ ਜਾਂਦੇ ਨੇ ਤਬਾਹ ਹੋ ਜਾਣਾ। ਔਰ ਮੈਂ ਉਸ ਮਤਲਬ ਕਿ ਉਹ ਬੱਚੇ ਨੂੰ ਮੈਂ ਜਿਹੜਾ ਕਹਿ ਕੇ ਗਿਆ, ਸਾਰੇ ਬੱਚੇ ਸੀ ਮੇਰੇ ਵੈਸੇ, ਪਰ ਉਹਨੂੰ ਮੈਂ ਸਮਝੋ ਮੈਂ ਉਹਨੂੰ ਅਡਾਪਟ ਕਰ ਲਿਆ ਜੀ। ਔਰ ਉਹ ਜਿਹੜਾ ਬੱਚਾ ਸੀਗਾ ਉਹ ਦੇਖੋ ਉਹਨੂੰ ਮਤਲਬ ਕਿ ਉਹਨੇ ਦਿਨ ਰਾਤ ਮੇਰੇ ਕੋਲ ਰਹਿਣਾ। ਹਾਂਜੀ। ਔਰ ਉਹ ਬੱਚੇ ਨੂੰ ਮੈਂ ਕਿਹਾ ਵੀ ਤੂੰ ਟੈਸਟ ਦੇਣਾ ਜੀ, ਤੇ ਮੈਂ ਫਿਰ ਟੈਸਟ ਦਿੱਤਾ। ਉਹਨੇ ਜਵਾਹਰ ਨਵੋਦਿਆ ਦਾ ਪਹਿਲਾਂ ਮੈਂ ਇੱਕ ਆਰਟੀਕਲ ਪੰਜਾਬੀ ਟ੍ਰਿਬਿਊਨ 'ਚ ਲਿਖਿਆ ਸੀ ਕਿ ਸੁਪਨਾ ਅਜੇ ਅਧੂਰਾ ਜੀ। ਸੁਪਨਾ ਅਜੇ ਅਧੂਰੇ ਤੋਂ ਭਾਵ ਇਹ ਸੀ ਵੀ ਆਹ ਜਿਹੜੇ ਬੱਚੇ ਜਿੰਨਾ ਚਿਰ ਤੱਕ ਇਹ ਸਾਰੇ ਪੜ੍ਹ ਕੇ ਨਾ ਮੇਰੇ ਕੋਲ ਚਲੇ ਜਾਂਦੇ, ਉਹਨਾਂ ਚਿਰ ਤੱਕ ਜਿਨ੍ਹਾਂ ਦੇ ਘਰ ਬਾਹਰ ਜਲ ਗਏ ਆ ਜੀ, ਇਹ ਸੁਪਨਾ ਅਜੇ ਅਧੂਰਾ ਹੈ। ਔਰ ਜਿਹੜੇ ਬੱਚੇ ਨੂੰ ਮੈਨੂੰ ਸਮਰਪਿਤ ਕੀਤਾ ਸੀਗਾ, ਔਰ ਉਹ ਜਿਹੜਾ ਬੱਚਾ ਘੱਟ ਪੜ੍ਹਦਾ ਸੀਗਾ ਜੀ, ਉਹ ਬੱਚੇ ਨੇ ਨਵੋਦਿਆ ਦਾ ਟੈਸਟ ਦੇ ਦਿੱਤਾ ਤੇ ਉਹ ਬੱਚਾ ਪਾਸ ਕਰ ਗਿਆ। ਉਹ ਅੱਜ ਜਿਹੜਾ ਬੱਚਾ ਆ ਉਹ ਆਪਣੇ ਖਾਲਸਾ ਕਾਲਜ ਮਾਲਪੁਰ ਦੇ ਵਿੱਚ ਆਪਣੀ ਸਾਇੰਸ ਦੀ ਡਿਗਰੀ ਕਰ ਰਿਹਾ ਆ। ਔਰ ਉਸ ਤੋਂ ਬਾਅਦ ਫਿਰ ਮੈਂ ਤੁਰੰਤ ਇੱਕ ਆਰਟੀਕਲ ਲਿਖਿਆ ਸੀ, ਸੁਪਨਾ ਜਦੋਂ ਸੁਪਨਾ ਪੂਰਾ ਹੋਇਆ, ਜਾਨੀ ਕਿ ਮੈਂ ਅਧੂਰਾ ਸੀ, ਪੂਰਾ ਹੋਇਆ। ਹਾਂ, ਮਤਲਬ ਅਧੂਰਾ ਸੀ ਔਰ ਮੇਰੇ ਅੱਖਾਂ ਦੇ ਸਾਹਮਣੇ ਮੈਨੂੰ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਹਰ ਤਰ੍ਹਾਂ ਹਰ ਵਿਦਿਆਰਥੀ ਦੇ ਨਾਲ ਜੁੜੇ ਹੋਏ ਆ, ਉਹਦੀ ਮਾਨਸਿਕਤਾ ਨਾਲ ਜੁੜੇ ਹੋਏ ਆ, ਉਹਦੇ ਪਰਿਵਾਰ ਨਾਲ ਜੁੜੇ ਹੋਏ ਆ। ਬਿਲਕੁਲ, ਕਿਉਂਕਿ ਜਿਹੜੀ ਸਭ ਤੋਂ ਅਧਿਆਪਕ ਦਾ ਕੰਮ ਹੀ ਅਧਿਐਨ ਹੁੰਦਾ, ਕਿਉਂਕਿ ਜਦੋਂ ਅਸੀਂ ਬੱਚੇ ਦੀ ਮਾਨਸਿਕਤਾ ਦਾ ਅਧਿਐਨ ਕਰਕੇ ਫਿਰ ਅਸੀਂ ਪੜ੍ਹਾ ਸਕਦੇ ਵਧੀਆ ਢੰਗ ਨਾਲ। ਪੜ੍ਹਾਈ ਦੇ ਪੱਖ ਦੇ ਵਿੱਚ ਤੁਸੀਂ ਕਲਾਕਾਰ ਵੀ ਪੈਦਾ ਕੀਤੇ, ਨਵੋਦਿਆ ਤੱਕ ਬਣਾਏ, ਡਾਕਟਰ ਬਣਾਏ, ਇੰਜੀਨੀਅਰ ਬਣਾਏ। ਹੁਣ ਆਪਾਂ ਸਾਹਿਤ ਤੇ ਗੱਲਾਂ ਕਰੀਏ ਤੇ ਸਾਹਿਤ ਦੇ ਖੇਤਰ 'ਚ ਅੱਜ ਤੱਕ ਜਿਹੜਾ ਤੁਹਾਡਾ ਯੋਗਦਾਨ ਆ, ਉਹ ਤੁਸੀਂ ਨਾਟਕ ਵੀ ਲਿਖੇ ਨੇ, ਕਵਿਤਾ ਵੀ ਲਿਖੀ ਆ, ਕਹਾਣੀ ਵੀ ਲਿਖੀ ਆ, ਬਾਲ ਕਹਾਣੀ ਵੀ ਲਿਖੀ ਆ, ਮਿੰਨੀ ਕਹਾਣੀ ਵੀ ਲਿਖੀ ਆ। ਇਹ ਵੱਖ-ਵੱਖ ਜਿਹੜੇ ਤੁਹਾਡੇ ਟੌਪਿਕ ਨੇ, ਇਹਨਾਂ ਦਾ ਵਿਸ਼ਾ ਵਸਤੂ ਕੀ ਆ ਤੁਹਾਡਾ? ਮਾਨ ਸਾਹਿਬ, ਮੇਰਾ ਤੇ ਵੈਸੇ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਜੀ, ਉਹਦੇ ਵਿੱਚ ਵਿਸ਼ਾ ਵਸਤੂ ਤੇ ਮੇਰਾ ਖਿਆਲ ਆਪਾਂ ਮੈਂ ਕਲੀਅਰ ਕਰ ਦਿੱਤਾ। ਔਰ ਇਹ ਵਿਸ਼ਾ ਵਸਤੂ ਤੇ ਇਹ ਹੈਗਾ ਵੀ ਮੇਰਾ ਮਤਲਬ ਇੱਕੋ ਹੀ ਹੈ, ਜੇ ਮੇਰੀ ਕਲਮ ਬੱਚਿਆਂ ਵਾਸਤੇ ਚੱਲਦੀ ਆ ਜੀ ਤੇ ਉਹਨਾਂ ਦਾ ਸਰਵਪੱਖੀ ਵਿਕਾਸ ਕਰਨਾ ਜੀ, ਔਰ ਜੇ ਥੋੜਾ ਤੋਂ ਉੱਪਰ ਉੱਠ ਕੇ ਚੱਲਦੀ ਆ ਤੇ ਉਹ ਜਿਹੜਾ ਇਨਸਾਨ ਦੇ ਜਿਹੜੇ ਹੱਕ ਖੋਏ ਜਾਂਦੇ ਆ ਹਾਂਜੀ, ਔਰ ਉਹਨਾਂ ਹੱਕਾਂ ਦੀ ਪ੍ਰਾਪਤੀ ਵਾਸਤੇ ਇੱਕ ਸੰਘਰਸ਼ ਵਾਸਤੇ ਉਹਨਾਂ ਨੂੰ ਤਿਆਰ ਕਰਨਾ ਜੀ। ਔਰ ਜੇ ਮੇਰੀ ਕਲਮ ਔਰਤ ਵਾਸਤੇ ਜਾਂ ਧੀਆਂ ਵਾਸਤੇ ਚੱਲਦੀ ਆ ਹਾਂਜੀ, ਤੇ ਧੀਆਂ ਦੇ ਨਾਲ ਜੋ ਗਲਤ ਵਧੀਕੀਆਂ ਕੋਈ ਵੀ ਕਿਤਿਓਂ ਵੀ ਹੁੰਦੀਆਂ ਜੀ, ਉਹਨਾਂ ਦੇ ਖਿਲਾਫ ਧੀਆਂ ਨੂੰ ਮਤਲਬ ਕਿ ਖੜਨ ਵਾਸਤੇ, ਉਹ ਸਮਾਜ ਦੇ ਮਤਲਬ ਕਿ ਹਾਣੀ ਬਣਾਉਣ ਵਾਸਤੇ, ਉਹਨਾਂ ਦੀ ਮੁਕਾਬਲਾ ਕਰਨ ਵਾਸਤੇ ਉਹਨਾਂ ਨੂੰ ਤਿਆਰ ਕਰਨਾ ਜੀ। ਔਰ ਔਰਤ ਦੇ ਜਿਵੇਂ ਮੇਰੇ ਪਰਵਿਰਦਗਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੀ ਕਿਹਾ ਵੀ ਸੋ ਕਿਉਂ ਮੰਦਾ ਆਖੀਏ ਜਿਸ ਜੰਮੇ ਰਾਜਾਨ ਤੇ ਉੱਠਦੀ ਆ ਕਲਮ ਉੱਠਦੀ ਆ ਜੀ, ਤੇ ਉਹਨਾਂ ਦੇ ਹੱਕਾਂ ਵਾਸਤੇ। ਤੇ ਜੇ ਕਿਤੇ ਅੰਦਰੋਂ ਆਪਣਾ ਜਜ਼ਬਾਤ ਤੇ ਫਿਰ ਉਹਨਾਂ ਦਾ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ। ਬਹੁਤ ਇਹ ਮੇਰੇ ਵਿਸ਼ੇ, ਇਹ ਵਿਸ਼ੇ ਜਿਹੜੇ ਤੁਹਾਡੇ ਬਹੁਤ ਕਮਾਲ ਦੇ ਨੇ। ਤੁਸੀਂ ਤਰਕਸ਼ੀਲ ਸੋਚ ਦੇ ਨਾਲ, ਤਰਕਸ਼ੀਲ ਲਹਿਰ ਦੇ ਨਾਲ ਬੜਾ ਕੰਮ ਕੀਤਾ ਔਰ ਕਰ ਰਹੇ ਹਾਂ। ਇਸ ਸਮਾਜ ਦੇ ਵਿੱਚ ਅੱਜ ਦੇ ਸਮੇਂ 'ਚ ਜੋ ਮੈਂ ਮਹਿਸੂਸ ਕਰਦਾ ਕਿ ਜਿਹੜੀ ਤਰਕਸ਼ੀਲ ਸੋਚ ਸੀ ਉਹਦਾ ਪਸਾਰਾ ਘੱਟ ਹੋ ਰਿਹਾ, ਵਹਿਮਾਂ ਭਰਮਾਂ ਦਾ ਪਸਾਰਾ ਮੁਕਾਬਲੇ ਤੇ ਜਿੱਦਾਂ ਵੀ ਸਾਡੇ ਚੈਨਲ ਨੇ ਉਹ ਜ਼ਿਆਦਾ ਪ੍ਰਸਾਰ ਕਰ ਰਹੇ ਨੇ। ਇਹਦੇ ਬਾਰੇ ਤੁਹਾਡਾ ਕੀ ਰਾਏ ਰੱਖਦੇ ਹੋ? ਮਾਨ ਸਾਹਿਬ, ਸਾਡੇ ਕੋਲ ਜਿਹੜਾ ਸਮਾਂ ਹੈ ਨਾ, ਬਹੁਤ ਸਾਰਾ ਸਮਾਂ ਜੀ, ਇਹ ਮਤਲਬ ਕਿ ਇਸ ਪਾਸੇ ਜਿਹੜੇ ਸਾਡੇ ਪੜ੍ਹੇ ਲਿਖੇ ਲੋਕ ਵੀ ਆ ਹਾਂਜੀ, ਉਹ ਸਮਾਂ ਤੇ ਪੈਸਾ ਅੰਧ ਵਿਸ਼ਵਾਸ ਵਾਲੇ ਪਾਸੇ ਜ਼ਿਆਦਾ ਲੱਗ ਰਿਹਾ। ਹਾਂ, ਸਾਡੇ ਸਾਹਮਣੇ ਆ, ਸਾਡੀਆਂ ਅੱਖਾਂ ਦੇ ਸਾਹਮਣੇ ਲੱਗ ਰਿਹਾ। ਇਹਦੇ ਪਿੱਛੇ ਤਾਂ ਮੈਂ ਸਭ ਤੋਂ ਵੱਡੀ ਤੇ ਇਹੀ ਕਹਾਂਗਾ ਕਿ ਤੂੰ ਵੀ ਰਾਣੀ ਮੈਂ ਵੀ ਰਾਣੀ ਤੇ ਕੌਣ ਭਰੂਗਾ ਪਾਣੀ। ਇਹ ਸਰਕਾਰਾਂ ਦਾ ਸਭ ਤੋਂ ਵੱਡਾ ਦੋਸ਼ ਹੈਗਾ ਮੌਜੂਦਾ ਸਿਸਟਮ ਦੀ। ਮੈਂ ਸਿਸਟਮ ਤੇ ਉਂਗਲੀ ਰੱਖਦਾ ਜੀ ਜੀ, ਕਿਉਂਕਿ ਸਿਸਟਮ ਨੇ ਉਹ ਇਸ ਕੰਮ ਨੂੰ ਖਤਮ ਨਹੀਂ ਹੋਣ ਦੇਣਾ ਜੀ। ਜੇਕਰ ਸਾਰੇ ਲੋਕ ਪੜ੍ਹ ਗਏ, ਸਾਰੇ ਲੋਕ ਵਿਗਿਆਨ ਨੂੰ ਜਾਣ ਗਏ ਜੀ, ਤੇ ਫਿਰ ਨਾ ਤੇ ਇਹਨਾਂ ਡੇਰਿਆਂ ਦੇ ਉੱਤੇ ਕੋਈ ਜਾਊਗਾ, ਨਾ ਅੰਧ ਵਿਸ਼ਵਾਸ ਵਾਲੇ ਪਾਸੇ ਕੋਈ ਜਾਊਗਾ। ਫਿਰ ਲੋਕਾਂ ਨੂੰ ਸਮਝ ਆਏਗੀ ਕਿ ਅਸੀਂ ਆਪਣੀ ਵੋਟ ਦੀ ਵਰਤੋਂ ਕਿੱਦਾਂ ਕਰਨੀ, ਸਰਕਾਰ ਕਿਹੋ ਜਿਹੀ ਬਣਾਉਣੀ ਆ ਜੀ। ਤੇ ਜਦੋਂ ਲੋਕ ਪੱਖੀ ਹਾਕਮ ਹੋ ਗਏ, ਸਾਡੇ ਲੋਕ ਪੱਖੀ ਸਾਡੀ ਸਰਕਾਰ ਹੋ ਗਈ, ਤੇ ਇਧਰੋਂ ਲੋਕਾਂ ਨੇ ਆਪੇ ਹਟ ਜਾਣਾ। ਬਿਲਕੁਲ ਸਹੀ। ਇਹ ਸਭ ਤੋਂ ਮੈਂ ਕਹੂੰਗਾ ਵੀ ਸਿਸਟਮ ਦਾ ਕਸੂਰ ਆ।
ਅਗਰ ਅਸੀਂ ਐਜੂਕੇਸ਼ਨ ਦੀ ਵੀ ਗੱਲ ਕਰੀਏ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਸਾਡੇ ਨੋਟ 'ਚ ਆ ਜਾਂਦੀਆਂ ਵੀ ਜਿਹੜੀਆਂ ਸਾਨੂੰ ਉਹਨਾਂ ਚੀਜ਼ਾਂ ਦੇ ਮਗਰ ਤੋਰਦੀਆਂ ਜਿੱਥੇ ਨਹੀਂ ਜਾਣਾ ਚਾਹੀਦਾ। ਬਿਲਕੁਲ ਤੇ ਜਿਹੜੀ ਤਰਕ ਦੀ ਸ਼ਾਨ 'ਤੇ ਤੁਸੀਂ ਕੰਮ ਕੀਤਾ, ਸੀਰੀਅਲ ਜਿਹੜਾ ਚੱਲਿਆ ਸੀ ਜਲੰਧਰ ਤੋਂ ਦੂਰਦਰਸ਼ਨ 'ਤੇ, ਸੋ ਤੁਸੀਂ ਬੜਾ ਜਿਹੜੇ ਪੰਜਾਬ ਲੈਵਲ 'ਤੇ ਰੇਡੀਓ TV ਦੇ ਪ੍ਰੋਗਰਾਮਾਂ 'ਚ ਵੀ ਕੰਮ ਕੀਤਾ। ਕਵਿਤਾ ਜਿਹੜੀ ਅੱਜ ਤੁਸੀਂ ਕਿਹੜੀ ਸੁਣਾਓਗੇ ਸਾਨੂੰ, ਗੀਤ ਜਾਂ ਕਵਿਤਾ? ਔਰ ਤੁਸੀਂ ਗਾ ਵੀ ਲੈਂਦੇ ਆ, ਗਾ ਕੇ ਸੁਣਾਓ ਤਾਂ ਜ਼ਿਆਦਾ ਵਧੀਆ। ਮੈਂ ਪ੍ਰੋਫੈਸ਼ਨਲੀ ਗਾਇਕ ਨਹੀਂ ਹਾਂ, ਤਰਨਮ ਦੀ ਗੱਲ ਆਪਾਂ ਕਿਹੜਾ ਤੇ ਮੇਰੀ ਇੱਕ ਕਵਿਤਾ ਹੈ, ਮੇਰੀ ਬੁੱਕ ਹੈਗੀ ਜੀ ਵੇ ਚੰਨ ਤਾਰਿਓ ਜੀ। ਇਹਦੇ ਵਿੱਚੋਂ ਮੈਂ ਤੁਹਾਨੂੰ ਕੁਝ ਲਾਈਨਾਂ ਜਿਹੜੀਆਂ ਕੋਸ਼ਿਸ਼ ਕਰਦਾ ਹਾਂ ਜੀ। ਮੈਂ ਵੈਸੇ ਤਾਂ ਉਦਾਂ ਹੀ ਸੁਣਾਉਣਾ ਹੈਗਾ ਆਪਣੇ ਰਨਿੰਗ ਦੇ ਵਿੱਚ, ਪਰ ਮੈਂ ਕੋਸ਼ਿਸ਼ ਕਰਾਂਗਾ ਜੇਕਰ ਤੁਸੀਂ ਕਹਿ ਰਹੇ ਹੋ ਕਿ ਮੈਂ ਉਹਨੂੰ ਗਾ ਕੇ ਜ਼ਰੂਰ ਕੋਸ਼ਿਸ਼ ਕਰਨਾ। ਤੁਸੀਂ ਵੀ ਹੋ ਤਾਰੇ ਤੇ ਅਸੀਂ ਵੀ ਹਾਂ ਤਾਰੇ, ਵਾਹ। ਤੁਸੀਂ ਵੀ ਹੋ ਤਾਰੇ ਤੇ ਅਸੀਂ ਵੀ ਹਾਂ ਤਾਰੇ, ਤੁਸੀਂ ਤਾਰੇ ਅਸਮਾਨ ਦੇ ਅਸੀਂ ਮੰਮੀ ਜਾਨ ਦੇ, ਰਲ ਮਿਲ ਵੰਡ ਦਈਏ ਲੋ ਵੇ ਚੰਨ ਤਾਰਿਓ, ਇੱਕ ਮਿਕ ਜਾਈਏ ਆਪਾਂ ਤਾਰਿਓ ਵੇ ਕੁਝ ਬੋਲੋ ਹੋ ਚੰਨ ਮਾਮਾ ਅੱਖਾਂ ਖੋਲੋ, ਤਾਰਿਓ ਵੇ ਕੁਝ ਬੋਲੋ ਚੰਨ ਮਾਮਾ ਅੱਖਾਂ ਖੋਲੋ, ਇਹ ਧਰਤੀ ਪਿਆਰੀ ਦੇਖੋ ਫੁੱਲਾਂ ਦੀ ਕਿਆਰੀ ਦੇਖੋ, ਆਓ ਆਪਾਂ ਲਈਏ ਖੁਸ਼ਬੂ ਵੇ ਚੰਨ ਤਾਰਿਓ, ਇੱਕ ਮਿਕ ਜਾਈਏ ਆਪਾਂ ਵੇ ਚੰਨ ਤਾਰਿਓ, ਇੱਕ ਮਿਕ ਜਾਈਏ ਆਪਾਂ। ਮਾਰੂਥਲਾਂ ਝਾੜੀਆਂ ਤੇ ਉੱਚੀਆਂ ਪਹਾੜੀਆਂ ਤੇ, ਵਾਹ। ਮਾਰੂਥਲਾਂ ਝਾੜੀਆਂ ਤੇ ਉੱਚੀਆਂ ਪਹਾੜੀਆਂ ਤੇ, ਪਰੀ ਬਣ ਉੱਡ ਜਾਵਾਂ ਬੱਦਲਾਂ ਨੂੰ ਕਹਿ ਕੇ ਆਵਾਂ, ਪਰੀ ਬਣ ਉੱਡ ਜਾਵਾਂ ਬੱਦਲਾਂ ਨੂੰ ਕਹਿ ਕੇ ਜਾਵਾਂ, ਚੰਨ ਤਾਰੇ ਲਿਓ ਨਾਲ ਕੋ, ਵਾਹ ਵੇ ਚੰਨ ਤਾਰਿਓ, ਇੱਕ ਮਿਕ ਜਾਈਏ ਆਪਾਂ। ਬਹੁਤ ਖੂਬ, ਬਹੁਤ ਖੂਬ। ਮਾਨ ਸਾਹਿਬ ਲਾਸਟ ਲਾਈਨ ਜੀ। ਚਾਨਣੀਆਂ ਰਾਤਾਂ ਵਿੱਚ ਦਾਦੀ ਦੀਆਂ ਬਾਤਾਂ ਵਿੱਚ, ਚਾਨਣੀਆਂ ਰਾਤਾਂ ਵਿੱਚ ਦਾਦੀ ਦੀਆਂ ਬਾਤਾਂ ਵਿੱਚ, ਰਾਤ ਭਰ ਦੇਖੀ ਜਾਵਾਂ ਜਦੋਂ ਵੀ ਲੰਘੇਰੀ ਜਾਵਾਂ, ਰਾਤ ਭਰ ਦੇਖੀ ਜਾਵਾਂ ਜਦੋਂ ਵੀ ਲੰਘੇਰੀ ਆਵਾਂ, ਤਾਰਿਆਂ ਦੀ ਟਿਮ ਟਿਮ ਜੋ ਵੇ ਚੰਨ ਤਾਰਿਓ, ਇੱਕ ਮਿਕ ਜਾਈਏ ਆਪਾਂ, ਇੱਕ ਮਿਕ ਜਾਈਏ ਆਪਾਂ, ਇੱਕ ਮਿਕ ਜਾਈਏ ਆਪਾਂ। ਬਹੁਤ ਖੂਬ ਲੱਗਿਆ ਜੀ ਸਾਹਿਬ, ਮਿਹਰਬਾਨੀ। ਇਹ ਤੁਹਾਡੀ ਬਹੁਤ ਖੂਬਸੂਰਤ ਰਚਨਾ ਆ ਵੇ ਚੰਨ ਤਾਰਿਓ। ਇਹ ਕਿਤਾਬ ਵੀ ਬੜੀ ਮਸ਼ਹੂਰ ਹੋਈ ਸੀ ਤੁਹਾਡੀ ਬੱਚਿਆਂ ਦੇ ਵਿੱਚ ਔਰ ਜਿਹੜੇ ਸਾਹਿਤਕ ਹਲਕਿਆਂ ਦੇ ਵਿੱਚ। ਆਪਾਂ ਜਿਹੜਾ ਇਹ ਸਾਹਿਤਕ ਗੱਲਾਂ ਨੇ ਅਧਿਆਪਨ ਦੇ ਨਾਲ ਜਦੋਂ ਅਸੀਂ ਸਾਹਿਤਕ ਕਾਰਜ ਕਰਨਾ ਉਹਦੇ ਸਮਾਂ ਬਹੁਤ ਚਾਹੀਦਾ। ਬਿਲਕੁਲ। ਇਸ ਜਿਹੜਾ ਤੁਹਾਨੂੰ ਸਮਾਂ ਦਿੰਦੇ ਨੇ ਉਹਦੇ ਵਿੱਚ ਪਰਿਵਾਰ ਦਾ ਕਿੰਨਾ ਕੁ ਯੋਗਦਾਨ ਹੈ? ਪਰਿਵਾਰ ਦਾ ਦੇਖੋ ਜੀ, ਕਿਉਂਕਿ ਮੇਰਾ ਜਿਹੜਾ ਸਾਡਾ ਪਰਿਵਾਰ ਸੀ ਸਾਂਝਾ ਪਰਿਵਾਰ, ਉਹਦੇ ਵਿੱਚੋਂ ਜਿਹੜੇ ਹੈਗੇ ਆਪੋ ਆਪਣੀ ਜ਼ਿੰਮੇਵਾਰੀਆਂ ਭੈਣ ਭਰਾ ਚਲੇ ਗਏ, ਉਸ ਤੋਂ ਬਾਅਦ ਬੱਚੇ ਆ ਜਾਂਦੇ ਆ ਜੀ। ਬੱਚੇ ਦੋ ਛੋਟੇ ਸੀ ਔਰ ਜਿਸ ਵੇਲੇ ਉਹ ਮੈਟ੍ਰਿਕ ਤੱਕ ਪੜ੍ਹਦੇ ਸੀਗੇ, +2 ਤੱਕ ਪੜ੍ਹਦੇ, ਬੇਟੀ ਚਲੇ ਗਈ ਸੀ ਨਵੋਦਿਆ ਦੇ ਵਿੱਚ ਜੀ, ਤੇ ਬੇਟਾ ਇੱਥੇ ਸੀਗਾ ਮਾਲਪੁਰ ਪੜ੍ਹਦਾ, ਉਹ ਅੱਜ ਕੱਲ੍ਹ ਨਿਊਜ਼ੀਲੈਂਡ ਵਿੱਚ ਆ, ਬੇਟੀ ਕੈਨੇਡਾ ਵਿੱਚ ਆ ਜੀ। ਔਰ ਉਹ ਹਮੇਸ਼ਾ ਹੀ ਮਤਲਬ ਕਿ ਬੱਚਿਆਂ ਨੇ ਕਹਿਣਾ ਵੀ ਡੈਡੀ ਅੱਜ ਤੁਸੀਂ ਕੋਈ ਕਵਿਤਾ ਕਿਹੜੀ ਲਿਖੀ ਹੈ, ਉਹਨਾਂ ਨੂੰ ਸੁਣਾਉਂਦੇ ਹੈ। ਉਹ ਮਨ ਨੂੰ ਥੋੜਾ ਜਿਹਾ ਹੋਣਾ ਵੀ ਬਾਹਰ ਤੇ ਅਸੀਂ ਸੁਣਾਉਂਦੇ, ਬੱਚੇ ਵੀ ਕਹਿੰਦੇ ਆ। ਔਰ ਜਦੋਂ ਉਹਨਾਂ ਨੂੰ ਮੈਂ ਕੋਈ ਕਵਿਤਾ ਲਿਖ ਕੇ ਦੇਣੀ, ਆਪਣਾ ਉਹਨਾਂ ਨੇ ਸਕੂਲ ਦੇ ਵਿੱਚ ਸੁਣਾਣੀ, ਉਹਨਾਂ ਨੂੰ ਉੱਥੋਂ ਪ੍ਰਾਈਜ਼ ਮਿਲਣਾ। ਔਰ ਉੱਥੇ
ਉੱਥੇ ਜਦੋਂ ਕਹਣਾ ਵੀ ਇਹ ਆਪਣੇ ਪਿਤਾ ਜੀ ਦੀ ਲਿਖੀ ਹੋਈ ਕਵਿਤਾ ਸੁਣਾਉਣਗੇ ਹੈ ਤੇ ਉਸ ਵੇਲੇ ਮੈਨੂੰ ਬੜਾ ਮਾਣ ਹੋਣਾ। ਤੇ ਬਾਕੀ ਦੂਸਰਾ ਹੈਗੇ ਵੀ ਸਾਡੇ ਮੇਰੇ ਮਿਸੇਜ ਮੈਡਮ ਮਾਇਆ ਦੇਵੀ, ਉਹ ਹੈਡ ਟੀਚਰ ਰਿਟਾਇਰ ਹੋਏ ਆ ਆਪਣੇ ਲੰਗੇਰੀ ਸਕੂਲ ਤੋਂ ਰਿਟਾਇਰ ਹੋਇਆ। ਉਹ ਫੱਕਰ ਕਿਸਮ ਦੇ ਆ ਜੀ। ਉਹਨਾਂ ਨੂੰ ਤਾਂ ਇਹ ਹੈਗਾ ਵੀ ਤੁਸੀਂ ਜੋ ਮਰਜ਼ੀ ਕਰੋ, ਜਿੱਥੇ ਮਰਜ਼ੀ ਜਾਓ, ਕਿਸੇ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਆ। ਜਥੇਬੰਦੀ ਦੇ ਕੰਮ ਦੇ ਚ ਰਾਤ ਨੂੰ 1 1:30 ਵਜੇ ਆਉਂਦੇ ਰਹੇ ਆ, 2 ਵਜੇ 10 ਬੰਦੇ ਆ ਗਏ ਆ, ਸਾਹਿਤਕਾਰ ਮਿੱਤਰ ਆ ਗਏ ਆ, ਤੇ 10 ਬੰਦਿਆਂ ਦੀ ਰੋਟੀ ਬਣਾਉਣੀ, 5 ਬੰਦਿਆਂ ਦੀ ਰੋਟੀ ਬਣਾਉਣੀ, ਉਹਨਾਂ ਨੇ ਸਿਰ ਸੁੱਟ ਕੇ ਲੱਗੇ ਰਹਿਣਾ। ਔਰ ਏਦਾਂ ਦਾ ਮੈਂ ਕਹਿੰਦਾ ਸਾਥ ਜੇ ਥੋੜੀ ਨਸੀਬਾਂ ਨਾਲ ਮਿਲਦਾ। ਲੰਗੇਰੀ ਸਾਹਿਬ ਤੁਹਾਨੂੰ ਪੂਰੇ ਪਰਿਵਾਰ ਦਾ, ਬੱਚਿਆਂ ਦਾ ਵੀ ਤੇ ਜੀਵਨ ਸਾਥਣ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ, ਜਿਸ ਕਰਕੇ ਤੁਸੀਂ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਨੇ, ਅਧਿਆਪਨ ਦੇ ਕਿੱਤੇ ਵਿੱਚ ਵੀ, ਸਾਹਿਤ ਦੇ ਕਿੱਤੇ ਵਿੱਚ ਵੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਸਟੇਟ ਅਵਾਰਡੀ ਅਵਤਾਰ ਲੰਗੇਰੀ, ਜਿਨ੍ਹਾਂ ਦੇ ਵਿਚਾਰਾਂ ਤੋਂ ਆਪਾਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਨੂੰ ਵੀ ਅੱਗੇ ਵਧਾਉਣਾ ਹੈ। ਸੋ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਲੰਗੇਰੀ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਮਾਨ ਸਾਹਿਬ, ਸ਼ੁਕਰੀਆ, ਧੰਨਵਾਦ।